सत श्री अकाल जी, ਤੁਹਾਡਾ ਸਾਰਿਆਂ ਦਾ ਹੀ ਇਲਾਈਟ ਕੋ YouTube ਚੈਨਲ ਦੇ ਉੱਤੇ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ। ਸੋ ਅੱਜ ਦੀ ਜਿਹੜੀ ਇਹ ਵੀਡੀਓ ਹੈ ਉਹ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ ਦੇ ਉੱਤੇ ਹੈ। ਬਹੁਤ ਸੈਂਸਿਟਿਵ ਟੌਪਿਕ ਵੀ ਹੈ ਤੇ ਬਹੁਤ ਹੀ ਇੰਟਰਸਟਿੰਗ ਟੌਪਿਕ ਵੀ ਹੈ। ਸੈਂਸਿਟਿਵ ਟੌਪਿਕ ਇਸ ਲਈ ਹੈ ਕਿਉਂਕਿ ਇਹ ਕਿਸਾਨਾਂ ਦੇ ਜੋ ਸੰਘਰਸ਼ ਹੋ ਰਿਹਾ ਉਸ ਦੇ ਨਾਲ ਰਿਲੇਟਡ ਹੈ ਤੇ ਬਹੁਤ ਇੰਟਰਸਟਿੰਗ ਟੌਪਿਕ ਇਹ ਹੈ ਕਿ ਇੱਥੇ ਅਸੀਂ ਇੱਕ ਟਵੀਟਰ ਦੀ ਗੱਲ ਕਰ ਰਹੇ ਹਾਂ ਜਿੱਦਾਂ ਅਸੀਂ ਛੋਟਾ ਜਿਹਾ ਇੱਕ ਟਵੀਟ ਕੀਤਾ ਸੀ ਕਿ ਉਸ ਨੂੰ ਇੰਟਰਨੈਸ਼ਨਲ ਦਾ ਧੱਬਾ ਲੱਗ ਗਿਆ ਸੀ ਤੇ ਗੱਲ ਕਰਦੇ ਹਾਂ ਆਪਾਂ ਕਿ ਉਹ ਟਵੀਟ ਕੀ ਸੀ, ਕਿਸ ਨੇ ਕੀਤਾ। ਇਹ ਟਵੀਟ ਸੀ ਜੀ ਵਰਲਡ ਦੇ ਬਹੁਤ ਹੀ ਫੇਮਸ ਸਿੰਗਰ ਹੈ ਰਿਹਾਨਾ। ਉਸਨੇ ਛੋਟਾ ਜਿਹਾ ਟਵੀਟ ਕੀਤਾ ਸੀ ਕਿਸਾਨਾਂ ਦੇ ਲਈ, ਇਸ ਨੂੰ ਇੰਟਰਨੈਸ਼ਨਲ ਦਾ ਧੱਬਾ ਲੱਗ ਗਿਆ। ਇਹ ਧੱਬਾ ਲਗਾਉਣ ਵਾਲੇ ਹੋਰ ਕੋਈ ਨਹੀਂ ਸੀ, ਸਾਡੇ ਗੋਦੀ ਮੀਡੀਆ ਸੀ। ਜਿਹੜਾ ਗੋਦੀ ਮੀਡੀਆ ਹੈ ਉਹ ਇਹ ਗੱਲ ਕਹਿ ਰਹੀ ਸੀ ਕਿ ਇਹ ਗੱਲ ਸਾਡੇ ਇੰਡੀਆ ਦੀ ਹੈ ਤੇ ਸਾਡੇ ਇੰਡੀਆ ਵਾਲੇ ਹੀ ਇਸ ਦਾ ਸੋਲਿਊਸ਼ਨ ਲੱਭ ਸਕਦੇ ਆ, ਬਾਹਰ ਵਾਲਿਆਂ ਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ। ਈਵਨ ਕਿ ਸਾਡੇ ਸੋ ਕਾਲਡ ਸੈਲੀਬ੍ਰਿਟੀਜ਼ ਜਿਨ੍ਹਾਂ ਦੇ ਵਿੱਚ ਅਜੇ ਦੇਵਗਨ ਵੀ ਆਉਂਦੇ ਆ, ਹੋਰ ਬਹੁਤ ਸਾਰੇ ਫੇਮਸ ਪਰਸਨੈਲਿਟੀਜ਼ ਆਉਂਦੀਆਂ ਹੈ, ਈਵਨ ਕਿ ਫੇਮਸ ਕ੍ਰਿਕਟਰ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ, ਸਚਿਨ ਤੰਦੂਲਕਰ, ਉਹਨਾਂ ਨੇ ਵੀ ਇਸ ਦਾ ਵਿਰੋਧ ਕੀਤਾ। ਤੇ ਹੁਣ ਗੱਲ ਕਰਦੇ ਹਾਂ ਕਿ ਉਸਨੇ ਇੱਦਾਂ ਦਾ ਇਸ ਟਵੀਟ ਦੇ ਉੱਤੇ ਕੀ ਕਹਿ ਦਿੱਤਾ ਸੀ ਰਿਹਾਨਾ ਨੇ। ਉਸਨੇ ਟਵੀਟ ਕੀਤਾ ਸੀ ਕਿਸਾਨਾਂ ਦੇ ਲਈ ਤੇ ਨਾ ਹੀ ਤਾਂ ਉਹ ਕਿਸਾਨਾਂ ਦੇ ਖਿਲਾਫ ਸੀ ਤੇ ਨਾ ਹੀ ਉਹ ਕਿਸਾਨਾਂ ਦੇ ਨਾਲ ਸੀ। ਹੁਣ ਤੁਸੀਂ ਮੈਨੂੰ ਇਹ ਗੱਲ ਜ਼ਰੂਰ ਪੁੱਛੋਗੇ ਕਿ ਰਿਹਾਨਾ ਨੇ ਟਵੀਟ ਕਿਉਂ ਕੀਤਾ ਜਦ ਕਿ ਉਸਨੂੰ ਇਸ ਕਿਸਾਨੀ ਸੰਘਰਸ਼ ਦੇ ਬਾਰੇ ਕੁਝ ਪਤਾ ਨਹੀਂ ਸੀ, ਉਸਨੂੰ ਜਿਹੜੇ ਇਹ ਬਿੱਲ ਪਾਸ ਹੋਏ ਆ ਉਸ ਦੇ ਬਾਰੇ ਕੁਝ ਪਤਾ ਨਹੀਂ ਸੀ। ਸੋ ਇਸ ਦਾ ਜਵਾਬ ਮੈਂ ਤੁਹਾਨੂੰ ਦਿੰਦੀ ਹਾਂ। ਰਿਹਾਨਾ ਨੇ ਨਾ ਹੀ ਕਿਸਾਨੀ ਸੰਘਰਸ਼ ਦੇ ਲਈ ਕੁਝ ਬੋਲਿਆ ਸੀ, ਨਾ ਹੀ ਕਿਸਾਨਾਂ ਦੇ ਲਈ ਕੁਝ ਬੋਲਿਆ ਸੀ ਤੇ ਨਾ ਹੀ ਉਸਦੇ ਐਂਟੀ ਕੁਝ ਬੋਲਿਆ ਸੀ। ਰਿਹਾਨਾ ਨੇ ਬੋਲਿਆ ਸੀ ਹਿਊਮਨ ਰਾਈਟਸ ਦੇ ਲਈ, ਬੇਸਿਕ ਹਿਊਮਨ ਰਾਈਟਸ ਤੇ ਡੈਮੋਕ੍ਰੇਸੀ ਦੇ ਲਈ। ਰਿਹਾਨਾ ਨੇ ਦਿਖਾਇਆ ਸੀ ਕਿ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ। ਉਹਨਾਂ ਨੂੰ ਇਹ ਰਾਈਟ ਹੈ ਕਿ ਉਹ ਆਪਣਾ ਸੰਘਰਸ਼ ਕਰ ਸਕਦੇ ਆ, ਬਟ ਗਵਰਨਮੈਂਟ ਨੂੰ ਇਹ ਰਾਈਟ ਨਹੀਂ ਹੈ ਕਿ ਉਹ ਉੱਥੇ ਦੀ ਇੰਟਰਨੈਟ ਸਰਵਿਸਿਜ਼ ਆ ਜਿਹੜੀ ਉਹ ਬੰਦ ਕਰ ਦੇਣ। ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਅਸੀਂ ਉਸ ਲੋਕਤੰਤਰ ਦੇ ਵਿੱਚ ਰਹਿੰਦੇ ਆ ਜਿੱਥੇ ਸਾਨੂੰ ਆਜ਼ਾਦੀ ਹੈ, ਸਾਨੂੰ ਸਾਡੇ ਬਾਰੇ ਬੋਲਣੇ ਦੀ ਆਜ਼ਾਦੀ ਹੈ, ਸਾਨੂੰ ਸਾਡੇ ਹੱਕਾਂ ਦੇ ਲਈ ਬੋਲਣ ਦੀ ਆਜ਼ਾਦੀ ਹੈ। ਤਾਂ ਇੱਕ ਬੇਸਿਕ ਰਾਈਟ ਹੈ ਸਾਡਾ ਉਹ ਇਹ ਵੀ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਉਹ ਸੰਘਰਸ਼ ਵੀ ਕਰ ਸਕਦੇ ਹਾਂ। ਬਟ ਸਾਡੇ ਜਿਹੜੇ ਗੋਦੀ ਮੀਡੀਆ ਹੈ ਜਾਂ ਫਿਰ ਹੋਰ ਪੋਲੀਟੀਸ਼ੀਅਨਸ ਹੈ ਬੀਜੇਪੀ ਦੇ, ਉਹਨਾਂ ਨੂੰ ਇਹ ਚੀਜ਼ਾਂ ਮਨਜ਼ੂਰ ਨਹੀਂ ਸੀ ਕਿਉਂਕਿ ਇਹ ਤਾਂ ਅਡਾਨੀ ਅੰਬਾਨੀ ਜਾਂ ਫਿਰ ਮੋਦੀ ਦੇ ਖਿਲਾਫ ਬੋਲ ਰਹੇ ਆ। ਜੋ ਕਿਸਾਨਾਂ ਦੇ ਲਈ ਬੋਲ ਰਹੇ ਆ ਉਹ ਐਂਟੀ ਨੈਸ਼ਨਲ ਹੀ ਹੈ ਤੇ ਜੋ ਨਹੀਂ ਬੋਲ ਰਹੇ ਹੈਗੇ ਮੀਨਸ ਉਹ ਇੰਡੀਅਨਸ ਆ। ਇਹਦੀ ਸਿਚੁਏਸ਼ਨ ਅਗਰ ਦੇਖੋਗੇ ਇਸ ਟਾਈਮ ਦੇ ਉੱਤੇ ਤਾਂ ਉਹਨਾਂ ਨੇ ਇੱਦਾਂ ਦੀ ਐਕਟੀਵਿਟੀਜ਼ ਉੱਥੇ ਕੀਤੀਆਂ ਹੋਈਆਂ ਹੈ ਕਿ ਇੱਦਾਂ ਲੱਗ ਰਿਹਾ ਹੈ ਕਿ ਇਹ ਪੂਰਾ ਇੰਡੀਆ ਨਹੀਂ ਹੈ, ਇਹ ਇੱਕ ਪਾਸੇ ਇੰਡੀਆ ਹੈ ਤੇ ਸੈਕਿੰਡ ਦੇ ਉੱਤੇ ਨਾ ਇਹ ਪਾਕਿਸਤਾਨ ਹੈ। ਸੋ ਬੈਰੀਕੇਡਸ ਲਗਾਏ ਹੋਏ ਆ ਉੱਥੇ, ਔਰ ਬੈਰੀਕੇਡਸ ਵੀ ਇਸ ਅਕੋਰਡਿੰਗ ਲਗਾਏ ਹੋਏ ਆ ਕਿ ਇਹ ਕੋਈ ਇੱਕ ਸਾਈਡ ਉੱਤੇ ਟੈਰਰਿਸਟ ਖੜੇ ਹੋਏ ਨੇ ਕਿ ਟੈਰਰਿਸਟ ਨੂੰ ਅਸੀਂ ਅੱਗੇ ਆਉਣ ਨਹੀਂ ਦੇਣਾ। ਟੈਰਰਿਸਟ ਦੇ ਉੱਤੇ ਮੈਨੂੰ ਇੱਕ ਗੱਲ ਹੋਰ ਯਾਦ ਆਈ ਹੈ ਕਿ ਹੁਣ ਟੈਰਰਿਸਟ ਦਾ ਇੰਨਾ ਰੁਝਾਨ ਵੱਧ ਗਿਆ ਹੈ, ਹੁਣ ਹਰ ਇੱਕ ਦੇ ਮੂੰਹ ਦੇ ਉੱਤੇ ਟੈਰਰਿਸਟ ਆ ਰਿਹਾ ਹੈ। ਉਦੋਂ ਟੈਰਰਿਸਟ ਕਿੱਥੇ ਸੀ? 14 ਫਰਵਰੀ ਨੂੰ ਜਦੋਂ ਟੈਰਰਿਸਟ ਅਟੈਕ ਹੋਇਆ ਸੀ ਉਦੋਂ ਕਿੱਥੇ ਸੀਗੇ ਇਹ ਟੈਰਰਿਸਟ? ਇੰਨਾ ਸਾਰਾ ਅਸਲਾ ਤੇ ਇੰਨਾ ਬੜਾ ਟੈਰਰਿਸਟ ਅਟੈਕ ਹੁੰਦਾ ਹੈ, ਉਸ ਟਾਈਮ ਉੱਤੇ ਉਹ ਟੈਰਰਿਸਟ ਕਿੱਥੇ ਗਏ ਸੀ? ਔਰ ਈਵਨ ਕਿ ਸ਼ਹੀਦ ਹੋਣੇ ਵਾਲੇ ਕੌਣ ਸੀ? ਸਭ ਤੋਂ ਜ਼ਿਆਦਾ ਸ਼ਹੀਦ ਹੋਣੇ ਵਾਲੇ ਉਸ ਮੇਰੇ ਅਕੋਰਡਿੰਗ ਉੱਥੇ ਪੰਜਾਬ ਦੇ ਸੀਗੇ ਉਹ ਵਾਲੇ ਪੁੱਤਰ ਜੋ ਕਿ ਦਿਖੇ ਨਹੀਂ ਕਿਸੇ ਨੂੰ। ਉਹ ਟੈਰਰਿਸਟ ਅਟੈਕ ਨਹੀਂ ਸੀ, ਟੈਰਰਿਸਟ ਅਟੈਕ ਇਹ ਵਾਲਾ ਅਟੈਕ ਹੈ ਜਿਸ ਦੇ ਵਿੱਚ ਕਿ ਅਸੀਂ ਆਪਣੇ ਸੰਘਰਸ਼ ਦੇ ਲਈ ਲੜ ਰਹੇ ਹਾਂ। ਲੀਵ ਇਟ, ਅਸੀਂ ਇਹ ਟੌਪਿਕ ਵੀ ਛੱਡ ਦਿੰਦੇ ਟੈਰਰਿਸਟ ਦਾ ਹੀ। तो नैक्सट असीं ट्वीट ते ही आते
ਦੇ ਜਿਹੜਾ ਟਵੀਟ ਕੀਤਾ ਸੀ ਤੇ ਉਸ ਦੇ ਵਿੱਚ ਜਿਹੜੇ ਸਚਿਨ ਤੰਦੂਲਕਰ ਜੀ ਨੇ ਉਹ ਇਹ ਗੱਲ ਬੋਲ ਰਹੇ ਹੈ ਕਿ ਇਹ ਫੈਸਲਾ ਲੈਣ ਵਾਲੇ ਬਾਹਰ ਵਾਲੇ ਕੌਣ ਹੁੰਦੇ ਆ, ਇਹ ਸਾਡੀ ਕੰਟਰੀ ਦਾ ਮੈਟਰ ਹੈ ਤੇ ਸਾਡੀ ਕੰਟਰੀ ਸੌਰਟ ਆਊਟ ਕਰੂਗੀ। ਬਾਹਰ ਵਾਲੀ ਕੰਟਰੀਜ਼ ਨੂੰ ਤਾਂ ਆਪ ਹੀ ਆਉਣਾ ਪੈਣਾ ਸੀ, ਜਦੋਂ ਕਿ ਸਾਡੇ ਦੇਸ਼ ਦੇ ਜੋ ਇੰਨੀਆਂ ਫੇਮਸ ਪਰਸਨੈਲਿਟੀਜ਼ ਨੇ ਉਹ ਨਹੀਂ ਗੱਲ ਕਰ ਰਹੀਆਂ। ਬਾਹਰ ਵਾਲਿਆਂ ਦੀ ਇੱਕ ਗੱਲ ਹੋਰ ਯਾਦ ਆਈ ਹੈ ਕਿ ਇਹ ਕਹਿੰਦੇ ਕਿ ਇਹ ਟੌਪਿਕ ਸਾਡਾ ਹੈ, ਕਿ ਸਾਡੀ ਕੰਟਰੀ ਹੈਂਡਲ ਕਰੂਗੀ। ਈਵਨ ਕਿ ਹੋ ਵੀ ਨਹੀਂ ਰਿਹਾ ਹੈਂਡਲ ਸਾਡੀ ਕੰਟਰੀ ਤੋਂ। ਤਾਂ ਮੋਦੀ ਜੀ ਬੋਲ ਰਹੇ हैं ਕਿ ਮੋਦੀ ਆਈ ਥਿੰਕ ਜੀ ਲਗਾਉਣ ਤਾਂ ਮੇਰਾ ਮਨ ਹੈ ਨਹੀਂ, ਵੈਸੇ ਮੋਦੀ ਬੋਲ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਮੀਟਿੰਗਸ ਕਰ ਰਹੇ ਹਾਂ। ਕਿਹੜੀ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ? ਕਿਹੜੀ ਮੀਟਿੰਗ ਦਾ ਨਤੀਜਾ ਨਿਕਲਿਆ ਸੀ ਕਿਸਾਨਾਂ ਦੇ ਨਾਲ? ਮੀਨਸ ਜ਼ੀਰੋ। ਜੇ ਸਾਡੀ ਕੰਟਰੀ ਦੇ ਵਿੱਚ ਕੋਈ ਸੋਲਿਊਸ਼ਨ ਨਹੀਂ ਨਿਕਲ ਰਿਹਾ ਦੈਨ ਹੀ ਕੋਈ ਹੋਰ ਕੰਟਰੀ ਆ ਕੇ ਬੋਲਦੀ ਹੈ। ਅਗਰ ਸਾਡੀ ਕੰਟਰੀ ਦੇ ਵਿੱਚ ਇੰਨੀ ਪਾਵਰ ਹੁੰਦੀ ਕਿ ਆਪਣੇ ਫੈਸਲੇ ਉਹ ਖੁਦ ਲੈ ਸਕਦੀ ਤਾਂ ਅੱਜ ਤੱਕ ਇਹ ਨੌਬਤ ਹੀ ਨਹੀਂ ਆਣੀ ਸੀ। ਜਿੱਥੇ ਕਿਸਾਨ ਇੰਨੇ ਮਹੀਨੇ ਹੋ ਗਏ ਸੰਘਰਸ਼ ਕਰਦੇ ਨੂੰ, ਇੱਕ 15 ਦਿਨ ਦੇ ਵਿੱਚ ਇਸ ਦਾ ਸੋਲਿਊਸ਼ਨ ਨਿਕਲਣਾ ਚਾਹੀਦਾ ਸੀ। ਉਸ ਟਾਈਮ ਦੇ ਉੱਤੇ ਸੋਲਿਊਸ਼ਨ ਨਿਕਲਿਆ ਨਹੀਂ ਹੈਗਾ। ਉਸ ਟਾਈਮ ਦੇ ਉੱਤੇ ਤਾਂ ਕੋਈ ਡਿਸੀਜ਼ਨ ਲੈ ਨਹੀਂ ਹੋਇਆ ਇਹਨਾਂ ਤੋਂ। ਤੇ ਹੁਣ ਇਹ ਬੋਲ ਰਹੇ ਆ ਸਚਿਨ ਤੰਦੂਲਕਰ ਤੇ ਹੋਰ ਬਹੁਤ ਸਾਰੀਆਂ ਫੇਮਸ ਪਰਸਨੈਲਿਟੀ ਸੀ, ਮੈਨੂੰ ਯਾਦ ਨਹੀਂ ਆ ਰਿਹਾ। ਅਜੇ ਦੇਵਗਨ ਸੀ ਜਿਨ੍ਹਾਂ ਨੇ ਟਵੀਟ ਕੀਤਾ ਸਪੈਸ਼ਲੀ, ਔਰ ਟਵੀਟ ਉਦੋਂ ਕੀਤਾ ਗਿਆ ਜਦੋਂ ਰਿਹਾਨਾ ਦਾ ਟਵੀਟ ਆਇਆ ਸੀ। ਗੁੱਡ। ਹੁਣ ਜੇ ਉਹ ਇਹ ਵਾਲੀ ਗੱਲ ਕਰ ਰਹੇ ਕਿ ਫੋਰਨਰਸ ਹੈ ਜਿਹੜੇ ਉਹ ਸਾਡੀ ਕੰਟਰੀ ਦੇ ਉੱਤੇ ਸਾਡੀ ਕੰਟਰੀ ਦੇ ਬਾਰੇ ਕੁਝ ਬੋਲ ਨਹੀਂ ਸਕਦੇ ਹੈਗੇ, ਤਾਂ ਮੈਂ ਇਹ ਚੀਜ਼ ਦਾ ਆਨਸਰ ਲੈਣਾ ਉਹਨਾਂ ਤੋਂ ਚਾਹੁੰਦੀ ਹਾਂ ਕਿ ਜਦੋਂ ਟਰੰਪ ਆਏ ਸੀ, ਟਰੰਪ ਦੇ ਹੱਕ ਦੇ ਵਿੱਚ ਬੋਲੇ ਸੀ, ਉਹ ਕੌਣ ਬੋਲੇ ਸੀ? ਸਾਡੀ ਕੰਟਰੀ ਵਾਲੇ ਹੀ ਬੋਲੇ ਸੀ ਟਰੰਪ ਦੇ ਹੱਕ ਦੇ ਵਿੱਚ। ਫਿਰ ਤਾਂ ਬੋਲਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਕਿਉਂਕਿ ਉਹ ਉਹਨਾਂ ਦਾ ਮੈਟਰ ਸੀ। ਟਰੰਪ ਨੂੰ ਜਿਤਵਾਉਣ ਦੇ ਲਈ ਸਾਡੀ ਕੰਟਰੀ ਦੇ ਵਿੱਚੋਂ ਟਵੀਟ ਜਾ ਰਹੇ ਸੀ ਬਾਹਰ, ਬਹੁਤ ਸਾਰੇ ਐਕਟੀਵਿਟੀਜ਼ ਹੋ ਰਹੀਆਂ ਸੀ ਸਾਡੀ ਕੰਟਰੀ ਦੇ ਵਿੱਚ। ਉਹ ਫੋਰਨਰ ਦਾ ਮਾਮਲਾ ਨਹੀਂ ਸੀ। ਸੈਕਿੰਡ, ਬ੍ਰਾਜ਼ੀਲ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਸੀ, ਹੈ ਨਾ, ਤਾਂ ਸਭ ਨੇ ਟਵੀਟ ਕਰਕੇ ਟਵੀਟ ਕੀਤਾ ਸੀ। ਐਟਲੀਸਟ ਬਹੁਤ ਸਾਰੇ ਫੇਮਸ ਪਰਸਨੈਲਿਟੀਜ਼ ਸੀਗੇ, ਬਹੁਤ ਸਾਰੇ ਸੈਲੀਬ੍ਰਿਟੀਜ਼ ਸੀਗੇ, ਪੋਲੀਟੀਸ਼ੀਅਨ ਸੀ ਜਿਨ੍ਹਾਂ ਨੇ ਟਵੀਟ ਕੀਤਾ ਸੀ ਕਿ ਹਾਂ ਬਹੁਤ ਗਲਤ ਹੋ ਰਿਹਾ ਹੈ ਇੱਥੇ। ਉਹਨਾਂ ਨੇ ਬਹੁਤ ਹਮਦਰਦੀ ਦੀ ਭਾਵਨਾ ਜਤਾਈ ਸੀ, ਹੈ ਨਾ। ਤਾਂ ਇਹ ਤਾਂ ਬ੍ਰਾਜ਼ੀਲ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਸੀ ਉਸ ਟਾਈਮ ਦੇ ਉੱਤੇ। ਫਿਰ ਤਾਂ ਬ੍ਰਾਜ਼ੀਲ ਵਾਲੇ ਵੀ ਕਹਿ ਸਕਦੇ ਸੀ ਕਿ ਇਹ ਸਾਡੀ ਕੰਟਰੀ ਦਾ ਮੈਟਰ ਹੈ ਕਿ ਅਸੀਂ ਇਸ ਨੂੰ ਆਪਣੇ ਆਪ ਸੌਟ ਆਊਟ ਕਰਨਾ, ਤੁਹਾਡੇ ਟਵੀਟ ਦੀ ਸਾਨੂੰ ਜ਼ਰੂਰਤ ਨਹੀਂ ਸੀ। ਜਦੋਂ USA ਦੇ ਵਿੱਚ ਟੈਰਰਿਸਟ ਅਟੈਕ ਹੋਇਆ ਸੀ ਉਦੋਂ ਵੀ ਸਭ ਨੇ ਆਵਾਜ਼ ਉਠਾਈ ਸੀ। ਮੀਨਸ ਕਹਿਣੇ ਦਾ ਮਤਲਬ ਇਹ ਹੈ ਕਿ ਅਗਰ ਕਿਸੇ ਇੱਕ ਕੰਟਰੀ ਕੋਈ ਪ੍ਰੋਬਲਮ ਦੇ ਵਿੱਚ ਹੈ ਤਾਂ ਉਸ ਦਾ ਅਸਰ ਦੂਜੀ ਕੰਟਰੀ ਦੇ ਵਿੱਚ ਵੀ ਦਿਖਣੇ ਨੂੰ ਮਿਲਦਾ ਹੈ। ਲਾਈਕ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਬ੍ਰਾਜ਼ੀਲ ਵਾਲੀ। ਅਗਰ ਉੱਥੇ ਉਹ ਜੰਗਲਾਂ ਦੀ ਅੱਗ ਨਾ ਰੁਕਦੀ ਤਾਂ ਇਸ ਦਾ ਇਨਵਾਇਰਮੈਂਟ ਦੇ ਉੱਤੇ ਫਰਕ ਪੈਣਾ ਸੀ, ਤਾਂ ਉਸ ਇਨਵਾਇਰਮੈਂਟ ਦੇ ਵਿੱਚ ਅਸੀਂ ਵੀ ਤਾਂ ਰਹਿੰਦੇ ਹਾਂ, ਉਹਦੇ ਅਸਰ ਪੈਣਾ ਸੀ। ਤਾਂ ਉਹ ਟੈਰਰਿਸਟ ਅਟੈਕ ਹੋਇਆ ਸੀ ਦੇ ਵਿੱਚ ਉਹਦੇ ਵੀ ਸਾਰੀ ਕੰਟਰੀਜ਼ ਦੇ ਵੀ ਅਸਰ ਪੈਣਾ ਸੀ। ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਸਾਨੂੰ ਅਗਰ ਕਿਸੇ ਨੇ ਕਿਸੇ ਦੇ ਲਈ ਟਵੀਟ ਕੀਤਾ ਵੀ ਹੈ ਤਾਂ ਇਹ ਨਹੀਂ ਹੈ ਕਿ ਉਹ ਐਂਟੀ ਨੈਸ਼ਨਲ ਹੋ ਗਿਆ ਹੈ ਉਸਨੇ। ਔਰ ਵੈਸੇ ਤਾਂ ਰਿਹਾਨਾ ਨੇ ਜਾਂ ਫਿਰ ਜਿੰਨੇ ਹੋਰ UK ਵਾਲਿਆਂ ਨੇ ਵੀ, UK ਦੇ ਪੋਲੀਟੀਸ਼ੀਅਨ ਸੀ ਉਹਨਾਂ ਨੇ ਵੀ ਟਵੀਟ ਕੀਤੇ ਹੈ, USA ਵਾਲਿਆਂ ਨੇ ਵੀ ਟਵੀਟ ਕੀਤੇ, ਬਹੁਤ ਸਾਰੇ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਨੇ ਟਵੀਟ ਕੀਤੇ ਹੋਏ ਸੀ। ਬਟ ਕੀ ਮਤਲਬ ਕਿ ਉਹ ਅਗਰ ਤੁਹਾਡੀ ਕੰਟਰੀ ਹੈ ਉਹ ਕੋਈ ਡਿਸੀਜ਼ਨ ਲੈਣ 'ਚ ਅਸਮਰਥ ਰਹੀ ਹੈ ਦੈਨ ਹੀ ਉਹ ਬੋਲ ਰਹੀ ਹੈ। ਅਗਰ ਔਰ ਵੈਸੇ ਵੀ ਉਹਨਾਂ ਨੇ ਬੋਲਿਆ ਉਹ ਨਾ ਤਾਂ ਕਿਸਾਨੀ ਸੰਘਰਸ਼ ਦੇ ਨਾਲ ਸੀ ਤੇ ਈਵਨ ਕਿ ਉਹਨਾਂ ਨੂੰ ਕਿਸਾਨੀ ਸੰਘਰਸ਼ ਦੇ ਬਾਰੇ ਕੁਝ ਪਤਾ ਵੀ ਨਹੀਂ ਸੀ, ਬਿੱਲ ਦੇ ਬਾਰੇ। ਉਹ ਬੋਲ ਰਹੇ ਸੀ ਹਿਊਮਨ ਰਾਈਟਸ ਦੇ ਲਈ, ਡੈਮੋਕ੍ਰੇਸੀ ਦੇ ਲਈ ਉਹ ਬੋਲੇ ਸੀ। ਕਿ ਸਾਡਾ ਇੰਨਾ ਹੱਕ ਨਹੀਂ ਹੈ ਕਿ ਅਸੀਂ ਹਿਊਮਨ ਰਾਈਟਸ ਦੇ ਲਈ ਬੋਲ ਸਕੀਏ? ਔਰ ਸਾਡੇ ਜਿਹੜਾ ਗੋਦੀ ਮੀਡੀਆ ਹੈ ਉਹ ਉਹਨਾਂ ਦੇ ਟਵੀਟਸ ਨੂੰ ਉਹ ਇੱਦਾਂ ਉਹਨਾਂ ਦੇ ਜਿਹੜੇ ਟਵੀਟ ਕਰਦੇ ਨੇ ਉਹਨੂੰ ਇੱਦਾਂ ਦਿਖਾ ਰਿਹਾ ਹੈ, ਐਂਟੀ ਨੈਸ਼ਨਲ ਦਾ ਨਾਮ ਦਿੱਤਾ ਜਾ ਰਿਹਾ ਉਸਨੂੰ। ਕਿਸਾਨੀ ਸੰਘਰਸ਼ ਅਲੱਗ ਚੀਜ਼ ਹੈ, ਠੀਕ ਹੈ, ਉਹ ਕਿਸਾਨ ਆਪਣਾ ਸੰਘਰਸ਼ ਕਰ ਰਹੇ ਹੈ, ਬਟ ਜਿੱਥੇ ਸਾਡੇ ਰਾਈਟਸ ਹੈ ਸਾਨੂੰ ਉਸ ਦੇ ਅਕੋਰਡਿੰਗ ਤਾਂ ਬੋਲਣਾ ਹੀ ਚਾਹੀਦਾ ਹੈ। ਔਰ ਉਹ ਬੋਲ ਰਹੇ ਹੈ, ਰਿਹਾਨਾ ਨੇ ਬੋਲਿਆ ਹੈ, ਬਹੁਤ ਸਾਰੇ ਹੋਰ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਨੇ ਬੋਲਿਆ ਹੈ, ਔਰ ਬਹੁਤ ਫੇਮਸ ਜਿਹੜੀਆਂ ਪਰਸਨੈਲਿਟੀਜ਼ ਨੇ ਉਹ ਬੋਲ ਰਹੀਆਂ ਹੈ। ਸਿਵਾਏ
ਸਾਡੀ ਫੇਮਸ ਪਰਸਨੈਲਿਟੀ ਤੋਂ ਇਲਾਵਾ। ਕੱਲ ਮੈਂ ਇੱਕ ਟੀਵੀ ਸ਼ੋਅ ਦੇਖ ਰਹੀ ਸੀ, ਉਹਦੇ ਵਿੱਚ ਨਾ ਇੱਕ ਲੇਡੀ ਬੋਲ ਰਹੀ ਸੀ ਤੇ ਉਹ ਦੱਸ ਰਹੀ ਸੀ ਕਿ ਅਗਰ ਕਿ ਫਿਰ ਤਾਂ ਸਾਰੇ ਹੀ ਐਂਟੀ ਨੈਸ਼ਨਲ ਹੈ, ਫਿਰ ਤਾਂ ਸਾਰੇ ਹੀ ਟੈਰਰਿਸਟ ਹੈ। ਕਿਉਂ ਹੈ? ਕਿਉਂਕਿ ਅੰਨ ਕਿਸਾਨ ਉਗਾਉਂਦੇ ਹੈ, ਉਹੀ ਸਾਰਾ ਬਾਹਰ ਸਪਲਾਈ ਹੁੰਦਾ ਹੈ। ਮੀਨਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਉਹਨਾਂ ਤੱਕ ਜਾਂਦਾ ਹੀ ਹੈ। ਜਾਂਦਾ ਹੈ ਤਾਂ ਉਹ ਜਦੋਂ ਖਾਣਾ ਖਾਂਦੇ ਤਾਂ ਓਬਵੀਅਸ ਹੈ ਕਿ ਖੂਨ ਬਣਦਾ ਖਾਣਾ ਖਾਣ ਦੇ ਨਾਲ। ਹੁਣ ਇਹ ਤਾਂ ਹੈ ਨਹੀਂ, ਖਾਣਾ ਖਾਣ ਦੇ ਨਾਲ ਪਾਣੀ ਬਣਦਾ ਹੈ, ਬੋਡੀ ਦੇ ਵਿੱਚ ਖੂਨ ਬਣਦਾ ਹੈ, ਤਾਂ ਉਹ ਖੂਨ ਉਹਨਾਂ ਦੇ ਵਿੱਚ ਵੀ ਹੈ ਆ। ਮੀਨਸ ਉਹ ਵੀ ਫਿਰ ਟੈਰਰਿਸਟ ਹੋਏ, ਉਹਨਾਂ ਦੇ ਵਿੱਚ ਵੀ ਸਾਡਾ ਖੂਨ ਹੈ। ਮੈਨੂੰ ਬਹੁਤ ਅੱਛੀ ਲੱਗੀ ਉਹਨਾਂ ਦੀ ਗੱਲ ਕਹੀ ਹੋਈ। ਤੇ ਇਹੀ ਗੱਲ ਕੰਗਨਾ ਰਣਾਵਤ ਦੀ ਸੀ। ਰਣਾਵਤ ਹੈ ਇਹ ਕਿੰਨੀ ਕੁ ਦੂਰ ਹੋਏਗੀ ਪੰਜਾਬ ਤੋਂ? ਕਿਆ ਪੰਜਾਬ ਦਾ ਸਮਾਨ ਹੈ ਜਿਹੜਾ ਉਹ ਉੱਥੇ ਤੱਕ ਨਹੀਂ ਪਹੁੰਚਦਾ? ਕਿਆ ਪੰਜਾਬ ਦੇ ਜਿਹੜੇ ਪੰਜਾਬ ਦਾ ਆਟਾ ਹੈ, ਚਾਵਲ ਹੈ, ਹੋਰ ਬਹੁਤ ਸਾਰੀਆਂ ਸਬਜ਼ੀਆਂ ਇਹ ਬਾਹਰ ਤੱਕ ਪਹੁੰਚਦੀਆਂ ਨਹੀਂ ਹੈਗੀਆਂ? ਤਾਂ ਮੀਨਸ ਸਾਰੇ ਹੀ ਟੈਰਰਿਸਟ ਆ। ਜੋ ਟੈਰਰਿਸਟ ਦਾ ਖਿਤਾਬ ਇਹ ਕਿਸਾਨਾਂ ਨੂੰ ਦੇ ਰਹੇ ਹੈ ਸਿਰਫ ਇੱਕ ਸੰਘਰਸ਼ ਦੇ ਲਈ ਕਿ ਉਹ ਆਪਣੇ ਹੱਕਾਂ ਦੇ ਲਈ ਬੋਲ ਰਹੇ ਹਨ, ਤਾਂ ਬਹੁਤ ਮਾੜੀ ਗੱਲ ਹੈ। ਕਿਸਾਨਾਂ ਨੂੰ ਹੱਕ ਹੀ ਨਹੀਂ ਹੈ ਆਪਣੀ ਆਵਾਜ਼ ਉਠਾਉਣੇ ਦਾ। ਕਿ ਸਾਨੂੰ ਇੰਨਾ ਕੁ ਵੀ ਸਰਕਾਰ ਨੇ ਹੱਕ ਨਹੀਂ ਦਿੱਤਾ ਹੋਇਆ ਕਿ ਅਸੀਂ ਆਪਣੀ ਗੱਲ ਰੱਖ ਸਕੀਏ ਉਹਨਾਂ ਦੇ ਅੱਗੇ ਆ ਕੇ। ਬਹੁਤ ਕਿਤਾਬਾਂ ਦੇ ਵਿੱਚ ਬਹੁਤ ਪੜ੍ਹਿਆ ਸੀ ਮੈਂ ਕਿ ਇੱਥੇ ਇੱਕ ਜ਼ਾਲਮ ਰਾਜਾ ਸੀ, ਉਸਦੀ ਪ੍ਰਜਾ ਸੀ, ਉਹ ਬਹੁਤ ਦੁਖੀ ਸੀ। ਤਾਂ ਮੈਨੂੰ ਕਦੇ ਨਾ ਮਤਲਬ ਮੈਂ ਕਦੇ ਦੇਖਿਆ ਨਹੀਂ ਸੀ ਕਿ ਇੱਦਾਂ ਕੀ ਹੁੰਦਾ, ਸਿਰਫ ਉਹ ਕਿਤਾਬਾਂ ਦੇ ਵਿੱਚ ਹੀ ਸੀ। ਬਟ ਹੁਣ ਦੇਖ ਰਹੀ ਹਾਂ ਤਾਂ ਮੈਨੂੰ ਉਹ ਐਜ਼ ਇਟ ਇਜ਼ ਉਹ ਵਾਲੀ ਸਿਚੁਏਸ਼ਨ ਆ ਜਿਹੜੀ ਉਹ ਹੁਣ ਆਉਂਦੀ ਦਿਖਦੀ ਹੈ। ਉਹ ਮੈਨੂੰ ਰੀਅਲ ਦੇ ਵਿੱਚ ਉਹਨੂੰ ਪਤਾ ਚੱਲ ਰਿਹਾ ਕਿ ਉਹ ਵਾਲਾ ਜ਼ਾਲਮ ਰਾਜਾ ਹੈ ਤਾਂ ਉਹ ਐਵੇਂ ਦਾ ਹੀ ਹੋਊਗਾ, ਜਿਹਨੂੰ ਆਪਣੀ ਪ੍ਰਜਾ ਦੀ ਪਰਵਾਹ ਹੀ ਨਹੀਂ ਹੈਗੀ। ਭੁੱਖੇ ਪਿਆਸੇ ਉਹ ਉੱਥੇ ਬੈਠੇ ਨੇ ਠੰਡ ਦੇ ਵਿੱਚ, ਉਹਨਾਂ ਕੋਈ ਕਦਰ ਨਹੀਂ ਹੈ ਉਹਨਾਂ ਦੀ। ਜਿੰਨੇ ਵੀ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਕੋਈ ਫੈਸਿਲਿਟੀ ਨਹੀਂ ਹੈ। ਇਹ ਸਾਡੀ ਸਰਕਾਰ ਹੈ। ਔਰ ਮੋਦੀ ਤਾਂ ਇਸ ਦੇ ਬਾਰੇ ਕੁਝ ਬੋਲ ਹੀ ਨਹੀਂ ਰਿਹਾ। ਸਭ ਤੋਂ ਜ਼ਿਆਦਾ ਕਿ ਇਸ ਦੇਸ਼ ਦਾ ਜਿਹੜਾ ਰਾਜਾ ਹੈ ਉਹੀ ਨਹੀਂ ਇਸ ਚੀਜ਼ ਦੇ ਬਾਰੇ ਬੋਲ ਰਿਹਾ। ਉਸਨੂੰ ਪਤਾ ਹੀ ਨਹੀਂ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ। ਹਾਂ, ਉਸਨੂੰ ਇਹ ਜ਼ਰੂਰ ਪਤਾ ਹੋਊਗਾ ਕਿ ਬਾਹਰ ਟਰੰਪ ਦੇ ਬਾਰੇ ਕੀ ਹੋ ਰਿਹਾ ਹੈ ਜਾਂ ਫਿਰ ਚਾਈਨਾ ਦੇ ਵਿੱਚ ਕੀ ਹੋ ਰਿਹਾ ਹੈ। ਇਹ ਚੀਜ਼ਾਂ ਬਾਰੇ ਜ਼ਰੂਰ ਪਤਾ ਹੋਊਗਾ ਉਸਨੂੰ, ਬਟ ਇਹ ਚੀਜ਼ ਦੇ ਬਾਰੇ ਨਹੀਂ ਪਤਾ ਹੈਗਾ। ਟਵੀਟ ਕੀਤਾ ਸੀਗਾ ਮੋਦੀ ਨੇ ਕਿ ਘਟਨਾ ਵਾਪਰੀ ਸੀ, ਉਹਦੇ ਵਿੱਚ ਮੈਨੂੰ ਯਾਦ ਨਹੀਂ ਆ ਰਹੀ ਹੈਗੀ। ਉਸ 'ਤੇ ਉਹਨਾਂ ਨੇ ਟਵੀਟ ਕੀਤਾ ਸੀ ਇੱਕ। ਅਤੇ ਮੈਂ ਇਹ ਚਾਹੁੰਦੀ ਹਾਂ ਉਹਨਾਂ ਨੂੰ ਕਿ ਉੱਥੇ ਤੁਹਾਡੇ ਤੋਂ ਟਵੀਟ ਹੋ ਜਾਂਦਾ ਹੈ, ਉੱਥੇ ਇੰਨੀ ਹਮਦਰਦੀ ਦਿਖਾਈ ਜਾ ਰਹੀ ਹੈ ਕਿ ਹਾਂ ਕਿਸੇ ਬਹੁਤ ਹਮਦਰਦੀ ਜਤਾ ਰਹੀ ਤੁਹਾਡੇ ਨਾਲ ਇਹ ਮਿਸ ਹੈਪਨਿੰਗ ਹੋਈ ਹੈ। ਜਿਹੜੀ ਮਿਸ ਹੈਪਨਿੰਗ ਫਾਰਮਰਸ ਦੇ ਨਾਲ ਹੋ ਰਹੀ ਹੈ ਕਿ ਮੋਦੀ ਜੀ ਦੀਆਂ ਅੱਖਾਂ ਨਹੀਂ ਆਈਆਂ ਦੇਖਣ ਵਾਲੀਆਂ। ਬਹੁਤ ਮਾਯੂਸੀ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਇਹ ਸੰਘਰਸ਼ ਸਿਰਫ ਹਫ਼ਤੇ ਦੇ ਵਿੱਚ ਖਤਮ ਹੋਣਾ ਚਾਹੀਦਾ ਸੀਗਾ, ਜਿਹੜਾ ਪੰਜਾਬ ਦੇ ਵਿੱਚ ਹੀ ਖਤਮ ਹੋਣਾ ਚਾਹੀਦਾ ਸੀਗਾ, ਅੱਜ ਉਸ ਸੰਘਰਸ਼ ਨੂੰ ਦਿੱਲੀ ਦੇ ਵਿੱਚ ਵੀ ਖਤਮ ਹੋਣ ਦਾ ਨਾਮ ਨਹੀਂ ਦਿੱਤਾ ਜਾ ਰਿਹਾ। ਤੇ ਅੱਜ ਵੀ ਉਹਨਾਂ ਕਿਸਾਨਾਂ ਨੂੰ ਜੋ ਕਿ ਇਸ ਦੇਸ਼ ਦੇ ਲਈ ਕਮਾਉਂਦੇ ਆ, ਜੋ ਕਿ ਇਸ ਦੇਸ਼ ਦਾ ਅੰਨਦਾਤਾ ਹੈ, ਜੋ ਇਸ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਆ, ਉਹਨਾਂ ਨੂੰ ਐਂਟੀ ਨੈਸ਼ਨਲ ਬੋਲਿਆ ਜਾਂਦਾ, ਉਹਨਾਂ ਨੂੰ ਇੱਕ ਟੈਰਰਿਸਟ ਦਾ ਨਾਮ ਦਿੱਤਾ ਜਾਂਦਾ। ਕੋਈ ਆਵਾਜ਼ ਉਠਾ ਰਿਹਾ ਤਾਂ ਉਹਨਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ। ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਜਿਹੜਾ ਕਿਸਾਨਾਂ ਦਾ ਸਾਥ ਦਈਏ, ਕਿਸਾਨੀ ਸੰਘਰਸ਼ ਦਾ ਹਿੱਸਾ ਬਣੀਏ। ਕਿਸਾਨੀ ਸੰਘਰਸ਼ ਇਜ਼ ਡਿਫਰੈਂਟ ਥਿੰਗ, ਚਲੋ ਠੀਕ ਹੈ, ਬਟ ਐਟ ਲੀਸਟ ਅਗਰ ਤੁਸੀਂ ਕਿਸਾਨਾਂ ਦੇ ਨਾਲ ਨਹੀਂ ਤਾਂ ਤੁਸੀਂ ਹਿਊਮਨ ਰਾਈਟਸ ਦੇ ਨਾਲ ਤਾਂ ਹੈ। ਅਗਰ ਕਿਸਾਨਾਂ ਲਈ ਨਹੀਂ ਬੋਲਣਾ ਤਾਂ ਦੈਟ ਇਟਸ ਓਕੇ, ਬਟ ਆਪਣੇ ਹਿਊਮਨ ਰਾਈਟਸ ਦੇ ਲਈ ਤਾਂ ਬੋਲੋ, ਆਪਣੀ ਡੈਮੋਕ੍ਰੇਸੀ ਦੇ ਲਈ ਤਾਂ ਤੁਸੀਂ ਬੋਲ ਸਕਦੇ ਆ। ਤੁਸੀਂ ਕੀ ਆਪਾਂ ਸਾਰੇ ਹੀ ਬੋਲ ਸਕਦੇ ਹਾਂ। ਅਤੇ ਇੱਥੇ ਸਾਨੂੰ ਆਪਣੇ ਹਿਊਮਨ ਰਾਈਟਸ ਦੇ ਲਈ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਸੋ ਅੱਜ ਦੀ ਇਹ ਵੀਡੀਓ ਸੀਗੀ ਜੀ ਇੱਕ ਟਵੀਟ ਦੇ ਉੱਤੇ ਜੋ ਕਿ ਰਿਹਾਨਾ ਦਾ ਸੀ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਜੀ ਹੁਣ ਇੱਕ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।